ਅਲੈਜਿਡਲੀ ਲਫ਼ਜ਼ ਮੈਂ ਵਰਤਣਾ ਚਾਹੁੰਦਾ ਹੈ, ਕਥਿਤ ਤੌਰ ਦੇ ਉੱਤੇ ਦੋ ਫਿਰਕਿਆਂ ਦੇ ਵਿੱਚ ਤਣਾਅ ਵਧਿਆ ਜਾਂ ਦੋ ਧੜਿਆਂ ਦੇ ਵਿੱਚ ਤਣਾਅ ਵਧਿਆ, ਮੇਰਾ ਖਿਆਲ ਬਿਹਤਰ ਲਫ਼ਜ਼ ਹੋਏਗਾ। ਇਹ ਖਬਰ ਜਿਹੜੀ ਮੈਂ ਤੁਹਾਡਾ ਸਾਂਝੀ ਕਰ ਰਿਹਾ, ਇਹ ਦਾ ਟ੍ਰਿਬਿਊਨ ਚੰਡੀਗੜ੍ਹ ਦੇ ਹਵਾਲੇ ਦੇ ਨਾਲ ਕਰ ਰਿਹਾ, ਜਿਹਦੇ ਵਿੱਚ ਉਹਨੇ ਕਿਹਾ ਕਿ ਆਸਟ੍ਰੇਲੀਅਨ ਸਰਕਾਰ ਨੇ ਆਖਿਆ ਗਿਆ ਕਿ ਜੇਕਰ ਸਿੱਖਾਂ ਦੇ ਉੱਤੇ ਹਮਲਾ ਕਰਨ ਵਾਲੇ ਨਾ ਟਲੇ ਤਾਂ ਉਹਨਾਂ ਨੂੰ ਡਿਪੋਰਟ ਕੀਤਾ ਜਾਏਗਾ। ਪਰ ਮੈਂ ਆਪਣੇ ਵੱਲੋਂ ਅਜੇ ਵੀ ਸਮਝਦਾ ਹਾਂ ਕਿ ਸ਼ਾਇਦ ਇੰਨੀ ਇਸ ਪੱਧਰ ਦੀ ਖਬਰ ਜਿਹੜੀ ਕਿ ਆਮ ਟ੍ਰਿਬਿਊਨ ਨਹੀਂ ਲਾਉਂਦਾ, ਲੇਕਿਨ ਟ੍ਰਿਬਿਊਨ ਦੀ ਖਬਰ ਹੈ, ਅਸੀਂ ਕਹਿ ਸਕਦੇ ਹਾਂ ਕਿ ਅਲੈਜਿਡਲੀ ਕਥਿਤ ਤੌਰ ਦੇ ਉੱਤੇ। ਅਤੇ ਇਸੇ ਕਰਕੇ ਮੈਂ ਆਸਟ੍ਰੇਲੀਆ 'ਚ ਪਹੁੰਚ ਕੀਤੀ ਹੈ। ਬਹੁਤ ਸਾਰੇ ਦੋਸਤਾਂ ਨੂੰ ਮੈਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਸਾਡੇ ਨਾਲ ਸਾਡੇ ਮਿੱਤਰ ਡਾਕਟਰ ਜਗਵਿੰਦਰ ਵਿਰਕ ਸਾਹਿਬ ਦਾ ਸੰਪਰਕ ਹੋ ਗਿਆ। ਕਹਾਣੀ ਕੀ ਹੈ? ਕਹਾਣੀ ਹੈ ਕਿ ਭਾਰਤ ਵਿੱਚ ਚੱਲਦੇ ਹੋਏ ਜਿਹੜੇ ਕਿਸਾਨੀ ਸੰਘਰਸ਼ ਦਾ ਮੁੱਦਾ ਹੈਗਾ, ਜਿਹੜਾ ਕਿ ਕਰੀਬਨ ਹੁਣ 100 ਦਿਨ ਹੋ ਗਏ ਨੇ, ਦੇ ਮੁਤਲਕ ਗੱਲ ਹੁਣ ਭਾਰਤ ਤੱਕ ਨਹੀਂ ਰਹੀ, ਸਾਰੀ ਦੁਨੀਆ ਦੇ ਵਿੱਚ ਰੋਸ ਵਿਖਾਵੇ ਹੋਏ ਨੇ। ਸਾਰੀ ਦੁਨੀਆ ਦੇ ਵਿੱਚ ਲੋਕਾਂ ਨੇ ਹਾਦਾ ਨਾਅਰਾ ਮਾਰਿਆ। ਪਾਣੀ ਦੀਆਂ ਵਿਛਾੜਾਂ ਤੋਂ ਲੈ ਕੇ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਉਸ ਥਾਂ 'ਤੇ ਠੰਡ ਦੇ ਵਿੱਚ ਠੁਰ ਕਰਦੇ ਮਾਤਾਵਾਂ ਬਜ਼ੁਰਗ ਜਿਹੜੇ ਨੇ, ਉਹਨਾਂ ਸਾਰਿਆਂ ਦੇ ਪ੍ਰਤੀ ਲੋਕਾਂ ਨੇ ਹਮਦਰਦੀ ਦਾ ਪ੍ਰਗਟਾ ਕੀਤਾ। ਅਤੇ ਇਸ ਸੰਬੰਧ ਹੌਲੀ ਹੌਲੀ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਕੁਝ ਧਨ ਵੀ ਇਕੱਤਰ ਕੀਤਾ ਗਿਆ। ਉੱਥੇ ਜਿਹੜੇ ਕਿਸਾਨ ਮਾਰੇ ਗਏ ਨੇ ਉਹਨਾਂ ਦੇ ਲਈ, ਉਹਨਾਂ ਦੇ ਪਰਿਵਾਰਾਂ ਦੇ ਲਈ, ਅਤੇ ਨਾਲ ਦੀ ਨਾਲ ਮੈਂ ਕਹਾਂਗਾ ਕਿ ਰੋਸ ਵਿਖਾਵੇ ਵੀ ਹੋਏ ਨੇ। ਬਾਹਰਲੀਆਂ ਜਿਹੜੀਆਂ ਐਮਬੈਸੀਜ਼ ਦੇ ਬਾਹਰ ਵੀ ਵਿਖਾਵੇ ਹੋਏ ਨੇ। ਔਰ ਰੋਸ ਵਿਖਾਵਿਆਂ ਤੋਂ ਬਾਅਦ ਬਾਕੀ ਜਿਹੜਾ ਤੁਸੀਂ ਆਪਾਂ ਗੱਲਾਂ ਬਾਤਾਂ ਲਗਾਤਾਰ ਕਰਦੇ ਰਹੇ ਹਾਂ, ਤਿਰੰਗਾ ਰੈਲੀਆਂ ਵੀ ਹੋਈਆਂ ਨੇ। ਅਤੇ ਇਹਦੇ ਵਿੱਚ ਰਿਆਨਾ ਦਾ ਜਿਹੜਾ ਟਵੀਟ ਸ਼ਾਮਲ ਹੈ, ਇਹਦੇ 'ਚ ਗ੍ਰੇਟਾ ਥੈਨਬਰਗ ਦਾ ਟਵੀਟ ਸ਼ਾਮਲ ਹੈ। ਅਤੇ ਟਵੀਟ ਤੋਂ ਬਾਅਦ ਜੋ ਭਾਰਤ ਵਿੱਚ ਸੋਸ਼ਲ ਮੀਡੀਆ 'ਤੇ ਹੋਇਆ ਉਹ ਤੁਸੀਂ ਸਾਰਾ ਕੁਝ ਜਾਣਦੇ ਹੋ। ਪਰ ਇਹ ਤਾਜ਼ਾ ਖਬਰ ਜਿਹੜੀ ਮੈਂ ਦਾ ਟ੍ਰਿਬਿਊਨ ਦੇ ਹਵਾਲੇ ਨਾਲ ਤੁਹਾਨੂੰ ਸਾਂਝੀ ਕਰ ਰਿਹਾ ਦੇ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਖਬਰ ਦੇ ਮੁਤਾਬਕ ਆਸਟ੍ਰੇਲੀਆ ਦੇ ਵਿੱਚ ਤਿਰੰਗਾ ਯਾਤਰਾ ਜਿਹੜੀ ਹੈ ਵਰਸਸ ਸਥਾਨਕ ਜਿਹੜੀ ਵਸੋਂ ਹੈਗੀ ਹੈ, ਜਿਹੜੇ ਕਿ ਕਿਸਾਨਾਂ ਦੀ ਕਥਿਤ ਤੌਰ 'ਤੇ ਹਮਾਇਤੀ ਲੋਕ ਨੇ, ਜਾਂ ਸ਼ਾਇਦ ਇਹਨਾਂ ਦੋਹਾਂ ਦੇ ਵਿੱਚ ਕੁਝ ਐਸੇ ਅਲਵੇ ਲੋਕ ਅੰਦਰ ਵੜ ਗਏ ਹੋਣ ਜਿਹੜੇ ਕਿ ਮੁਸ਼ਕਲ ਖੜੀ ਕਰ ਰਹੇ ਨੇ। ਮੁਸ਼ਕਲ ਹੈ ਕਿ ਟ੍ਰਿਬਿਊਨ ਕੀ ਖਬਰਾਂ ਲਾ ਰਿਹਾ, ਕਿਹਨੂੰ ਡਿਪੋਰਟ ਕਰੇਗੀ ਜਿਹੜੀ ਆਸਟ੍ਰੇਲੀਅਨ ਸਰਕਾਰ। ਅਸੀਂ ਇਸੇ ਕਰਕੇ ਸੰਪਰਕ ਕੀਤਾ ਹੈਗਾ ਡਾਕਟਰ ਜਗਵਿੰਦਰ ਵਿਰਕ ਹੋਣਾ ਨੂੰ, ਜਿਹੜੇ ਕਿ ਚੇਅਰਮੈਨ ਨੇ ਇੰਡੀਆ ਆਸਟ੍ਰੇਲੀਆ ਸਟ੍ਰੈਟੇਜਿਕ ਜਿਹੜੀ ਅਲਾਇੰਸ ਹੈਗੀ ਹੈ, ਉਹਨਾਂ ਦੇ ਉਹ ਚੇਅਰਮੈਨ ਨੇ। ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਮਾਜਰਾ ਹੈ ਕੀ। ਵਿਰਕ ਸਾਹਿਬ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਵੈਲਕਮ। ਸਤਿ ਸ਼੍ਰੀ ਅਕਾਲ ਬਾਈ ਜੀ, ਰਮਾਣਾ ਸਾਹਿਬ ਕੀ ਹਾਲ ਨੇ ਤੁਹਾਡੇ ਜੀ? ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਤੁਹਾਡੇ ਸਾਰੇ ਦੋਸਤ ਵਿਰਕ ਸਾਹਿਬ ਕੀ ਮਾਜਰਾ ਕੀ ਹੈ ਜੀ? ਕੌਣ ਕਿਹਨੂੰ ਤੰਗ ਪਰੇਸ਼ਾਨ ਕਰ ਰਿਹਾ ਕਿ ਆਸਟ੍ਰੇਲੀਅਨ ਸਰਕਾਰ ਦੇ ਹਵਾਲੇ ਦੇ ਨਾਲ ਬਿਆਨ ਲੱਗ ਰਹੇ ਕਿ ਖਰੂਦੀਆਂ ਨੂੰ ਡਿਪੋਰਟ ਕੀਤਾ ਜਾਏਗਾ? ਬਈ ਜਿਹੜੇ ਆ ਵਾਰਦਾਤਾਂ ਚੱਲ ਰਹੀਆਂ, ਕੁਛ ਅੱਜ ਤੋਂ ਨਹੀਂ ਚੱਲ ਰਹੀਆਂ, ਪਿਛਲੇ 1 ਸਾਲ ਤੋਂ ਚੱਲ ਰਹੀਆਂ। 2 ਗਰੁੱਪਸ ਆ, ਇੱਕ ਹਰਿਆਣੇ ਤੋਂ ਬੰਦਿਆਂ ਦਾ ਗਰੁੱਪ ਆ, ਇੱਕ ਪੰਜਾਬੀਆਂ ਦਾ ਗਰੁੱਪ ਆ। ਇਹਨਾਂ ਦੀ ਪਿਛਲੇ ਸਾਲ ਵੀ ਆਪਸ 'ਚ ਲੜਾਈ ਹੋਈ, ਜਿਸ 'ਚ ਪੁਲਿਸ ਨੇ ਕੁਛ ਅਰੈਸਟ ਵੀ ਕੀਤੀਆਂ ਉਹਨਾਂ ਬੰਦਿਆਂ ਨੂੰ। ਹਰਿਆਣੇ ਦੇ ਬੰਦੇ ਸੀ ਉਹ, ਵੀ ਜਿਹੜੇ ਬੰਦੇ ਗਲਤ ਆਹ ਚੀਜ਼ ਦਾ ਪ੍ਰੋਪੋਗੰਡਾ ਕਰ ਰਹੇ ਸੀ, ਲੜਾਈਆਂ ਕਰ ਰਹੇ ਸੀ। ਉਦੋਂ ਵੀ ਲੜਾਈ ਹੋਈ, ਉਹਨਾਂ ਨੇ 1-2 ਮੁੰਡਿਆਂ ਦੇ ਸਿਰ ਵੀ ਪਾੜੇ ਹੈਰਿਸ ਪਾਰਕ 'ਚ। ਤਾਂ ਬੜਾ ਤਣਾਅਪੂਰਨ ਮਾਹੌਲ ਰਿਹਾ। ਆਹ ਫਾਰਮਰ ਪ੍ਰੋਟੈਸਟ ਤੋਂ ਪਹਿਲਾਂ ਦੀਆਂ ਗੱਲਾਂ, ਤੇ ਉਹ ਸਟਿਲ ਉਹੀ ਚੀਜ਼ਾਂ ਚੱਲਦੀਆਂ ਆ ਰਹੀਆਂ ਜੀ, ਉਹੀ ਗਰੁੱਪ ਚੱਲਦੇ ਆ ਰਹੇ ਆ। ਜਿਵੇਂ ਛੋਟੇ ਹੁੰਦੇ ਬਈ ਜੀ ਆਪਾਂ ਸੁਣਦੇ ਹੁੰਦੇ ਸੀ ਨਾ, ਬਈ ਸਾਡਾ ਕੰਮ ਤਾਂ ਉਹ ਹੈ ਬਈ ਜੀ, ਉਹਦਾ ਸੂਈ ਤੇ ਕੈਂਚੀ ਵਾਲਾ। ਬਈ ਕੈਂਚੀ ਦਾ ਕੰਮ ਕੱਟਣਾ ਤੇ ਸੂਈ ਦਾ ਸਿਉਣਾ ਬਈ ਜੀ, ਰਾਈਟ। ਤਾਂ ਕੱਟਣਾ ਬੜਾ ਸੌਖਾ ਹੁੰਦਾ ਬਈ ਜੀ, ਸਿਉਣਾ ਬੜਾ ਔਖਾ ਹੁੰਦਾ। ਤੋ ਰੀਜ਼ਨ ਜਿਹੜੀ ਤੁਸੀਂ ਹੁਣ ਰੇਡੀਓ ਤੋਂ ਇਹ ਗੱਲ ਬੋਲ ਰਹੇ ਸੀ ਵੀ ਕੋਈ ਸ਼ਰਾਰਤੀ ਅਨਸਰ ਵੜ ਜਾਂਦੇ ਆ ਸਾਰੇ ਪਾਸਿਆਂ 'ਚ। ਤੋ ਐਂ ਸ਼ਰਾਰਤੀ ਅਨਸਰ ਸਾਰੇ ਪਾਸਿਆਂ 'ਚ ਹੀ ਹੁੰਦੇ ਆ, ਉਹਨਾਂ ਪਾਸਿਆਂ 'ਚ ਵੀ ਹੋਣਗੇ ਤੇ ਇੱਧਰ ਵਾਲੇ ਪਾਸਿਆਂ 'ਚ ਵੀ ਹੋਣਗੇ। ਜਦੋਂ ਸ਼ਰਾਰਤੀ ਅਨਸਰ ਵੜ ਜਾਂਦੇ ਆ, ਜਦੋਂ ਸ਼ਰਾਰਤੀ, ਤੇ ਉਹ ਚੀਜ਼ਾਂ ਨੂੰ ਆਪਦੇ ਆਪ ਨੂੰ ਗੁੰਮਰਾਹ ਕਰਨ ਵਾਸਤੇ, ਸਮਾਜ ਨੂੰ ਜਾਂ ਕਰਨ ਵਾਸਤੇ ਉਹ 2 ਫਿਰਕਿਆਂ ਦੀ ਲੜਾਈ ਬਣਾ ਦਿੰਦੇ ਆ। ਤੇ ਨਾ ਤਾਂ ਜਿਵੇਂ ਆਪਾਂ ਕਹਿੰਦੇ ਵੀ ਸਬਜ਼ੀ ਮੰਡੀ, ਕਿਸੇ ਵੀ ਸਬਜ਼ੀ ਮੰਡੀ ਲਾ ਲਓ, ਸਾਰੀਆਂ ਸਬਜ਼ੀਆਂ ਖਰਾਬ ਨਹੀਂ ਹੁੰਦੀਆਂ, ਥੋੜ੍ਹੀਆਂ ਬਹੁਤਾ ਖਰਾਬ ਹੁੰਦੀਆਂ। ਇਹਦਾ ਮਤਲਬ ਇਹ ਨਹੀਂ ਵੀ ਸਬਜ਼ੀ ਮੰਡੀ ਉਹ ਮਾੜੀ ਹੋਊਗੀ। ਐਂ ਹੀ ਸਮਾਜ ਹੁੰਦੇ ਆ ਜੀ, ਚਾਹੇ ਉਹ ਹਰਿਆਣੇ ਦਾ ਸਮਾਜ ਆ, ਚਾਹੇ ਪੰਜਾਬ ਦਾ ਸਮਾਜ ਆ, ਕਿਸੇ ਦਾ ਸਮਾਜ ਆ। ਕੁਛ ਚੰਦ ਅਨਸਰ ਹੁੰਦੇ ਜਿਹੜੇ ਗਲਤ ਹੁੰਦੇ ਆ, ਉਹ ਗਲਤ ਅਨਸਰਾਂ ਦਾ ਜਿਹੜਾ ਸ਼ੋਅ ਹੋ ਕੇ, ਜਿਵੇਂ 1% ਬੰਦੇ ਗਲਤ ਆ ਤਾਂ 99% ਨੂੰ ਸ਼ੋਅ ਹੋ ਜਾਂਦਾ ਵੀ ਆਹ ਬੰਦੇ ਅਗੇਂਸਟ ਆ ਇੱਕ ਦੂਜੇ ਦੇ। ਬਟ ਦੈਟ ਇਜ਼ ਨਾਟ ਟਰੂ। ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਵਿਰਕ ਸਾਹਿਬ, ਮੈਂ ਵੀ ਥੋੜ੍ਹੀ ਜਿਹੀ ਖੋਜ ਕੀਤੀ ਸੀਗੀ, ਮੈਂ ਭਾਰਤ ਵਿੱਚ ਵੀ ਫੋਨ ਕੀਤੇ। ਤੁਹਾਡੀ ਗੱਲ ਠੀਕ ਹੈ ਕਿ ਕਰਨਾਲ ਇਲਾਕੇ ਦੇ ਨਾਲ ਸੰਬੰਧ ਰੱਖਦੇ ਕੁਝ ਵਿਦਿਆਰਥੀ ਜਾਟ ਭਾਈਚਾਰੇ ਨਾਲ ਸੰਬੰਧ ਰੱਖਦੇ ਤਿਰੰਗਾ ਯਾਤਰਾ ਕਰਨ ਦੇ ਵਿੱਚ ਮੋਹਰੀ ਸਨ। ਪਰ ਜਿਹੜਾ ਪਿਛਲੇ ਬਾਰੇ ਤੁਸੀਂ ਕਹਿੰਦੇ ਹੋ ਕਿ ਉਦੋਂ ਵੀ ਟਕਰਾਅ ਜਾਂ ਤਣਾਅ ਵਧਿਆ ਸੀਗਾ, ਉਦੋਂ ਕੀ ਕਾਰਨ ਸੀਗਾ ਆਪਸੀ ਲੜਾਈ ਦਾ?
ਉਹ ਸਭੇ ਜੀ ਮੈਨੂੰ ਅਸਲ ਕਾਰਨ ਦਾ ਤਾਂ ਪਤਾ ਨਹੀਂ, ਅਸਲ ਕਾਰਨ ਕੀ ਸੀ ਜਾਂ ਕੀ ਸੀ। ਆ ਨਾ ਜੀ ਆ ਲੜਾਈਆਂ ਜਿਹੜੀ ਬਚਪਨ ਹੁੰਦਾ ਨਾ, ਜਦੋਂ ਤੁਸੀਂ ਯੂਥ ਹੁੰਦੇ ਹੋ, ਤੁਹਾਡੇ ਕੈਨੇਡਾ 'ਚ ਆ ਸਭ ਤੋਂ ਜ਼ਿਆਦਾ ਤਾਂ ਤੁਸੀਂ ਉੱਥੇ ਕੈਨੇਡਾ 'ਚ ਬੈਠੇ ਹੋ, ਸਭ ਤੋਂ ਵਧੀਆ ਐਗਜ਼ਾਮਪਲ ਤਾਂ ਤੁਸੀਂ ਹੋਵੇ ਜੀ, ਜਿੰਨੇ ਗੈਂਗ ਵਾਰਸ ਕੈਨੇਡਾ 'ਚ ਹੋਈਆਂ, ਰਾਈਟ। ਤੁਸੀਂ ਯੂ ਆਰ ਦਾ ਪਾਇਨੀਅਰ ਇਨ ਦੈਟ, ਰਾਈਟ। ਜਦੋਂ ਵੀ ਕਮਿਊਨਿਟੀ ਵੱਧਦੀ ਆ ਤੇ ਆਹ ਚੀਜ਼ਾਂ ਆਮ ਹੁੰਦੀਆਂ, ਰਾਈਟ। ਸੋ ਵਾਟ ਯੂ ਟ੍ਰਾਈਂਗ ਟੂ ਟੈਲ ਮੀ, ਜੋ ਤੁਸੀਂ ਮੈਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਜਿਹੜਾ ਇਹ ਖਬਰਾਂ ਲੱਗੀਆਂ ਨੇ ਇਹ ਨਿਰਮੂਲ ਨੇ ਕਿ ਇਹਨਾਂ ਦੇ ਵਿੱਚ ਹੈ ਕੋਈ ਤੰਤ? ਬਾਈ ਜੀ 100% ਕੁਛ ਨਾ ਕੁਛ ਤਾਂ ਹੁੰਦੀ ਹੈ ਨਾ ਜਦੋਂ ਖਬਰਾਂ ਲੱਗਦੀਆਂ। ਪਰ ਇਹਦੇ 'ਚ ਸਾਡੀ ਸਰਕਾਰ ਕੀ ਕਰਦੀ ਹੈ? ਮੈਂ ਹੁਣ ਸਾਡੇ ਜਿਹੜਾ ਹੈੱਡ ਆ ਇੰਡੀਅਨ ਕਮਿਊਨਿਟੀ ਦੇ ਹੈੱਡ ਆ ਜੂਲੀਅਨ ਲੀਜ਼ਰ, ਜਿਹੜੀ ਪਾਰਲੀਮੈਂਟ 'ਚ ਆ, ਮੈਂ ਉਹਨਾਂ ਨਾਲ ਵੀ ਡਿਸਕਸ ਕੀਤੀ ਅੱਜ ਸਵੇਰੇ। ਕੱਲ੍ਹ ਮੈਂ ਦੇਵ ਸ਼ਰਮਾ ਮੈਂਬਰ ਆਫ ਪਾਰਲੀਮੈਂਟ ਆ, ਪਹਿਲਾਂ ਮਿਸਟਰ ਰਹੇ ਆ, ਕੱਲ੍ਹ ਮੈਂ ਉਹਨਾਂ ਨਾਲ ਡਿਨਰ ਕੀਤਾ, ਆਹੀ ਗੱਲਾਂ ਡਿਸਕਸ਼ਨ ਹੋਈਆਂ, ਰਾਈਟ। ਹੁਣ ਰੀਜ਼ਨ ਕੀ ਆ? ਜਿਹੜੇ ਵੀ ਸਾਡੇ ਆ MPs ਹੁੰਦੇ ਆ ਜਾਂ ਸਰਕਾਰਾਂ ਹੁੰਦੀਆਂ, ਇਹਨਾਂ ਨੇ ਬਾਈ ਜੀ ਜਿਹੜਾ ਬੰਦੇ ਦਾ ਗਲਤ ਆ, ਜਿਹੜੇ ਬੰਦੇ ਨੇ ਗਲਤ ਕੰਮ ਕੀਤਾ, ਉਹ 'ਤੇ ਲਾਅ ਆਪਦਾ ਐਕਸ਼ਨ ਲੈਂਦਾ ਜੀ। ਉਹ ਚਾਹੇ ਕਿਸੇ ਪਾਸੇ ਹੋਣ। ਜੇ ਉਦੋਂ ਗਲਤ ਹੋਇਆ, ਉਹ ਬੰਦੇ ਨੇ ਸਿਰ ਪਾੜਿਆ, ਤਾਂ ਦੋਜ਼ ਪੀਪਲ ਵਰ ਗੋਨ ਬਿਹਾਈਂਡ ਦਾ ਬਾਰ ਸਟੇਟ ਅਵੇ, ਰਾਈਟ। ਤਾਂ ਸਾਡੇ ਐਕਸ਼ਨ, ਸਾਡਾ ਲਾਅ ਐਨਫੋਰਸਮੈਂਟ ਬਹੁਤ ਜ਼ਿਆਦਾ ਮਜ਼ਬੂਤ ਆ ਆਸਟ੍ਰੇਲੀਆ ਦਾ ਭਾਜੀ। ਵਿਰਕ ਸਾਹਿਬ, ਸਾਡੇ ਨਾ ਇੱਥੇ ਵੀ ਵਿਖਾਵੇ ਹੋਏ ਨੇ ਔਰ ਵਿਖਾਵਿਆਂ ਤੋਂ ਬਾਅਦ ਤਣਾਅ ਵੀ ਥੋੜ੍ਹਾ ਜਿਹਾ ਵੱਧ ਗਿਆ ਸੀਗਾ, ਪਰ ਕੰਮ ਉਲਟਾ ਸੀਗਾ ਕਿ ਦੋਸ਼ ਲੱਗਿਆ ਕਿ ਜਿਹੜੇ ਕਿਸਾਨੀ ਸੰਘਰਸ਼ ਦੇ ਹਮਾਇਤੀ ਨੇ, ਉਹਨਾਂ ਨੇ ਤਿਰੰਗਾ ਯਾਤਰਾ ਕਰਨ ਵਾਲੇ ਕੁਝ ਵਿਅਕਤੀਆਂ ਨੂੰ ਚੁਣ ਕੇ ਉਹਨਾਂ ਦੇ ਬਿਜ਼ਨਸ ਦੇ ਉੱਤੇ ਜਾ ਕੇ ਦਬਾਅ ਵਧਾਇਆ, ਇਹ ਦੋਸ਼ ਲੱਗਿਆ ਸੀਗਾ। ਸੋ ਇਸ ਕਿਸਮ ਦੀ ਗੱਲਬਾਤ ਸਾਡੇ ਹੋਈ ਹੈ, ਪਰ ਆਸਟ੍ਰੇਲੀਆ 'ਚ ਉਲਟਾ ਹੋਇਆ ਕਿ ਤਿਰੰਗਾ ਯਾਤਰਾ ਜਿਹੜੀ ਮੈਂ ਨਿਊਜ਼ ਪੜ੍ਹੀ ਹੈ, ਜਿਹੜੇ ਮਿਸਟਰ ਖੱਟਰ ਨੇ ਤਿਰੰਗਾ ਯਾਤਰਾ ਕੀਤੀ ਹੈ, ਫਿਰ ਮੈਂ ਉਹਨਾਂ ਦੀ ਉਹ ਵੀਡੀਓ ਵੀ ਸੁਣੀ ਸੀ। ਉਹ ਜੋ ਉਹਨਾਂ ਦੀ ਵੀਡੀਓ 'ਚ ਦੱਸਿਆ ਗਿਆ ਸੀ ਵੀ ਅਸੀਂ ਤਾਂ ਕਿਤੇ ਗੁਰਦੁਆਰੇ ਵਾਲੇ ਪਾਸੇ ਗਏ ਨਹੀਂ। ਮੈਂ ਤਾਂ ਉਹਨਾਂ ਨੂੰ ਜਾਣਦਾ ਨਹੀਂ, ਅੱਜ ਤੱਕ ਮਿਲਿਆ ਨਹੀਂ ਉਹਨਾਂ ਨੂੰ, ਮਿਸਟਰ ਖੱਟਰ ਨੂੰ ਕਦੀ। ਇੰਡੀਆ ਤੋਂ ਹੈਗੇ ਆ ਉਹ ਵੀ, ਪਤਾ ਨਹੀਂ ਕਿਹੜੀ ਸਟੇਟ ਤੋਂ ਆ, ਬਟ ਜਦੋਂ ਉਹ ਕਹਿੰਦੇ ਅਸੀਂ ਤਿਰੰਗਾ ਯਾਤਰਾ ਕੀਤੀ ਜਾਂ ਰੂਟ ਕੀਤਾ, ਬਈ ਅਸੀਂ ਵੀ ਨੈਵਰ ਮੈਂਟ ਟੂ ਗੋ ਟੂ ਗੁਰਦੁਆਰਾ, ਰਾਈਟ। ਬਟ ਕੁਛ ਚੰਦ ਬੰਦਿਆਂ ਨੇ ਕੋਈ ਗਲਤ ਫੇਕ ਨਿਊਜ਼ ਬਣਾਤੀ ਹੋਣੀ ਹੈ ਜੀ ਵੀ ਉਹ ਗੁਰਦੁਆਰੇ ਆ ਰਹੇ ਆ। ਜਾਂ ਤਾਂ ਉਹ ਬੰਦੇ ਆਏ ਹੁੰਦੇ ਤਾਂ ਨਿਊਜ਼ ਬਣਦੀ, ਜਾਂ ਕੁਝ ਗੱਲ ਹੁੰਦੀ। ਉਹ ਬੰਦਾ ਖੁਦ ਕਹਿ ਰਿਹਾ ਵੀ ਅਸੀਂ ਤਾਂ ਆਏ ਨਹੀਂ। ਵਿਰਕ ਸਾਹਿਬ, ਇਹ ਦੱਸੋ ਸਾਨੂੰ, ਕੱਲ ਅਸੀਂ ਗੱਲ ਕਰ ਰਹੇ ਸੀਗੇ ਕਿ ਬਰਤਾਨੀਆ ਦੇ ਵਿੱਚ ਇੱਕ ਪਟੀਸ਼ਨ ਸਾਈਨ ਹੋਈ, ਜਿਹੜੇ ਕਿ ਲੱਖ ਦੇ ਕਰੀਬ ਲੋਕਾਂ ਨੇ ਸਾਈਨ ਕੀਤੀ। ਉੱਥੇ 90 ਮਿੰਟ ਲਈ ਹੁਣ ਪ੍ਰੋਟੈਸਟਰਸ ਦੀ ਸੇਫਟੀ ਅਤੇ ਫਰੀडम ਆਫ ਪ੍ਰੈਸ ਦੇ ਮੁੱਦੇ ਦੇ ਉੱਤੇ ਡਿਬੇਟ ਹੋਣੀ ਹੈ। ਇਹ ਬਰਤਾਨੀਆ ਦੀ ਗੱਲ ਹੈ, ਇਹ ਇੰਗਲੈਂਡ ਦੀ ਗੱਲ ਹੈ। ਔਰ ਤੁਹਾਡੇ ਵੀ ਮੈਂ ਖਬਰ ਪੜ੍ਹ ਰਿਹਾ, ਟ੍ਰਿਬਿਊਨ ਵਾਲੀ ਖਬਰ ਜਿਹੜੀ ਮੈਂ ਤੁਹਾਨੂੰ ਭੇਜੀ ਹੈ, ਦੇ ਵਿੱਚ ਲਿਖਿਆ ਗਿਆ ਕਿ ਆਸਟ੍ਰੇਲੀਅਨ ਫੈਡਰਲ ਪਾਰਲੀਮੈਂਟ ਦੇ ਵਿੱਚ ਵੀ ਇਸ ਮੁਤਲਕ ਹਾਈਲਾਈਟ ਕਰਨ ਲਈ ਕੋਈ ਗੱਲਬਾਤ ਹੋਣ ਜਾ ਰਹੀ ਹੈ ਕਿ ਇਹਨਾਂ ਤਿਰੰਗਾ ਯਾਤਰਾ ਦਾ ਕੋਈ ਇਹ ਕਾਰਨ ਤਾਂ ਨਹੀਂ ਹੈ, ਇਹ ਵਧੇ ਹੋਏ ਤਣਾਅ ਦਾ ਕਾਰਨ ਉਹ ਹੋਣ ਵਾਲਾ ਜਿਹੜਾ ਡਿਬੇਟ ਤਾਂ ਨਹੀਂ ਹੈ ਕਿਤੇ? ਨਹੀਂ ਬਾਈ ਜੀ, ਉਹ ਡਿਬੇਟ ਨਹੀਂ, ਉਹ ਇੱਕ ਹੋਰ ਡਿਫਰੈਂਟ ਫੰਕਸ਼ਨ ਆ। ਤੇ ਮੈਂ ਵੀ 15 ਨੂੰ ਉੱਥੇ ਹੀ ਹੋਊਂਗਾ, ਪਾਰਲੀਮੈਂਟ 'ਚ ਹੀ ਹੋਊਂਗਾ। ਮੇਰੀ ਉਹਦੀ ਮੀਟਿੰਗਸ ਹੈਗੀਆਂ ਪ੍ਰਾਈਮ ਮਿਨਿਸਟਰ ਨਾਲ ਤੇ ਹੋਰ ਵੀ ਡਿਪਟੀ ਪ੍ਰਾਈਮ ਮਿਨਿਸਟਰ ਨਾਲ। ਤੇ ਉਹ ਇਸ ਚੀਜ਼ ਨੂੰ ਲੈ ਕੇ ਨਹੀਂ, ਬਟ ਮੈਂ ਤੁਹਾਨੂੰ ਇੰਨਾ ਸ਼ੋਰ ਕਰਨਾ ਚਾਹੁੰਦਾ, ਇੰਡੀਆ ਆਸਟ੍ਰੇਲੀਆ ਦੇ ਜਿਹੜੇ ਰਿਲੇਸ਼ਨਸ਼ਿਪਸ ਆ, ਰਾਈਟ, ਪਿਛਲੇ 3-4 ਸਾਲਾਂ 'ਚ ਉਹ ਇਸ ਲੈਵਲ ਤੇ ਪਹੁੰਚ ਚੁੱਕੇ ਆ ਵੀ ਅੱਜ ਦੀ ਡੇਟ 'ਚ ਚਾਹੇ ਡਿਫੈਂਸ ਲਾ ਲਓ, ਚਾਹੇ ਐਜੂਕੇਸ਼ਨ ਲਾ ਲਓ, ਆਸਟ੍ਰੇਲੀਆ ਹੈਜ਼ ਵੈਰੀ ਗੁੱਡ ਰਿਲੇਸ਼ਨਸ਼ਿਪ ਵਿਦ ਇੰਡੀਆ ਥੀਸ ਡੇਜ਼। ਤੇ ਸਕਾਟ ਮੋਰਿਸਨ ਦਾ ਜਿਹੜਾ ਸਾਡਾ ਪ੍ਰਧਾਨ ਮੰਤਰੀ ਹੈ, ਜਿਵੇਂ ਅਸੀਂ ਟੋਨੀ ਅਬਟ ਨੂੰ ਇੰਡੀਆ ਲੈ ਕੇ ਗਏ ਸਾਲ ਡੇਢ ਸਾਲ, ਜਿਹੜਾ ਪੁਰਾਣਾ ਪ੍ਰਧਾਨ ਮੰਤਰੀ ਸੀ, ਉਹਦੇ ਬਹੁਤ ਵਧੀਆ ਰਿਲੇਸ਼ਨਸ਼ਿਪ ਸੀ ਇੰਡੀਆ ਨਾਲ। ਉਸ ਤੋਂ ਬਾਅਦ ਫਿਰ ਸਕਾਟ ਮੋਰਿਸਨ ਨੇ ਬਹੁਤ ਵਧੀਆ ਰਿਲੇਸ਼ਨਸ਼ਿਪ ਬਣਾਏ ਆ ਹੁਣ ਸਾਡੇ ਪ੍ਰਧਾਨ ਮੰਤਰੀ ਨੇ। ਤਾਂ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਬਹੁਤ ਕੁਝ ਹੋਣ ਜਾ ਰਿਹਾ ਅਗਲੇ 3-4 ਸਾਲਾਂ 'ਚ, ਤੁਸੀਂ ਦੇਖੋਗੇ ਹੌਲੀ ਹੌਲੀ। ਤਾਂ ਜੇ ਆਪਾਂ ਉਹ ਦੇਖੀਏ ਵੀ ਉਹ ਦੋ ਦੇਸ਼ ਉਸ ਪਾਸੇ ਵੱਧ ਰਹੇ ਆ। ਕੱਲ ਵੀ ਮੈਂ ਦੇਵ ਸ਼ਰਮਾ, ਸਾਡੇ ਮੈਂਬਰ ਆਫ ਪਾਰਲੀਮੈਂਟ ਆ ਇੱਥੇ, ਛੋਟੇ ਇਨਫੈਕਟ ਵੈਨਕੂਵਰ 'ਚ ਪੈਦਾ ਹੋਏ ਵੇ ਆ ਉਹ, 70 ਤੋਂ ਦੇਵ ਸ਼ਰਮਾ ਪੈਦਾ ਵੈਨਕੂਵਰ 'ਚ ਹੋਏ, 4 ਸਾਲ ਦੀ ਉਮਰ 'ਚ ਆਸਟ੍ਰੇਲੀਆ ਆ ਗਏ। ਉਹਨਾਂ ਦੇ ਫਾਦਰ ਇੰਡੀਆ ਤੋਂ ਸੀ ਤੇ ਮਦਰ ਉਹਨਾਂ ਦੇ ਛੋਟੇ ਕੈਨੇਡਾ ਤੋਂ ਸੀ ਜੀ, ਰਾਈਟ। ਤਾਂ ਨਾਓ ਉਹ ਇੱਥੇ ਇਸ ਟਾਈਮ ਮੈਂਬਰ ਆਫ ਪਾਰਲੀਮੈਂਟ, ਉਹ ਯੰਗੈਸਟ ਐਂਬੈਸਡਰ ਬਣੇ ਇਜ਼ਰਾਈਲ ਦੇ 37 ਸਾਲ ਦੀ ਉਮਰ 'ਚ। ਉਹ ਅੰਡਰਸਟੈਂਡ ਕਰਦੇ ਇਹਨਾਂ ਗੱਲਾਂ ਨੂੰ ਸਾਰੀਆਂ ਨੂੰ ਵੀ ਕਿੱਥੇ ਜਿਹੜੇ ਹੋਲਡ ਕਰਕੇ ਰੱਖਿਓ। ਸਾਡੇ ਨਾਲ ਸ਼ਾਮਲ ਨੇ ਸਿਡਨੀ ਆਸਟ੍ਰੇਲੀਆ ਤੋਂ ਡਾਕਟਰ ਜੋਗਿੰਦਰ ਸਿੰਘ ਵਿਰਕ ਹੋਣੀ, ਜਿਹੜੇ ਕਿ ਇੰਡੀਆ ਆਸਟ੍ਰੇਲੀਆ ਜਿਹੜੀ ਸਟ੍ਰੈਟੇਜਿਕ ਜਿਹੜੀ ਅਲਾਇੰਸ ਹੈਗੀ ਆ ਦੇ ਉਹ ਚੇਅਰ ਨੇ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਜਾਰੀ ਰੱਖਾਂਗੇ ਇੱਕ ਬ੍ਰੇਕ ਲੈਣ ਤੋਂ ਬਾਅਦ। ਮਾਜਰਾ ਸਿਰਫ ਇੰਨਾ ਹੀ ਹੈ ਕਿ ਦਾ ਟ੍ਰਿਬਿਊਨ ਦੀ ਅੱਜ ਦੀ ਖਬਰ ਜਿਹੜੀ ਹੈ ਉਹਦੇ ਵਿੱਚ ਉਹਨਾਂ ਨੇ ਸੁਰਖੀਆਂ ਦੇ ਵਿੱਚ ਲਿਖਿਆ ਹੋਇਆ ਹੈ, ਬਾਕੀ ਵਿਸਥਾਰ ਹੌਲੀ ਹੌਲੀ ਕਰਕੇ ਗੱਲਬਾਤ 'ਚ ਬਾਹਰ ਆਏਗਾ। ਸੁਰਖੀ 'ਚ ਲਿਖਿਆ ਹੋਇਆ ਉਹਨਾਂ ਨੇ ਕਿ ਆਸਟ੍ਰੇਲੀਆ ਥ੍ਰੈਟਨਸ ਡੈਪੋਟੇਸ਼ਨਸ ਆਫਟਰ ਅਟੈਕਸ ਔਨ ਸਿੱਖਸ। ਥੋੜ੍ਹਾ ਜਿਹਾ ਵੈਰੀ ਬੋਲਡ ਸਟੇਟਮੈਂਟ ਹੈ। ਮੈਂ ਟ੍ਰਿਬਿਊਨ ਨੂੰ ਆਪਾਂ ਸਾਰੇ ਹੀ ਪੜ੍ਹਦੇ ਆਏ ਹਾਂ ਭਾਰਤ ਵਿੱਚੋਂ, ਆਮ ਕਰਕੇ ਟ੍ਰਿਬਿਊਨ ਇਸ ਕਿਸਮ ਦੀ ਖਬਰ ਜਿਹੜੀ ਹੈ ਉਹਨੂੰ ਸੁਰਖੀ ਦੇ ਵਿੱਚ ਨਹੀਂ ਲੈ ਕੇ ਆਏਗਾ ਜੇਕਰ ਕੋਈ ਨਾ ਕੋਈ ਇਹਦਾ ਕਾਰਨ ਨਾ ਹੋਵੇ। ਅਸੀਂ ਵਪਾਰਕ ਵਕਫੇ ਤੋਂ ਬਾਅਦ ਕੁਝ ਕਾਲਸ ਵੀ ਲੈਣਾ ਚਾਹਾਂਗੇ। ਜੇਕਰ ਸਾਨੂੰ ਆਸਟ੍ਰੇਲੀਆ 'ਚ ਇਸ ਵੇਲੇ ਕੋਈ ਸੁਣਦਾ ਹੋਵੇ, ਕਿ ਸਾਨੂੰ ਕਦੀ ਕਦਾਈ ਆਸਟ੍ਰੇਲੀਆ 'ਚੋਂ ਕਾਲ ਆਉਂਦੀਆਂ ਨੇ, ਕੋਈ ਆਸਟ੍ਰੇਲੀਆ 'ਚ ਸੁਣਦਾ ਹੋਵੇ, ਕਿਰਪਾ ਕਰਕੇ ਕਾਲ ਕਰੇ। ਸਾਡਾ ਨੰਬਰ ਹੈ 604-204-0600। ਅਤੇ ਮਾਜਰਾ ਸਿਰਫ ਇੰਨਾ ਹੀ ਹੈ ਕਿ ਉੱਥੇ ਵੀ ਕਿਸਾਨੀ ਸੰਘਰਸ਼ ਦੇ ਕਾਰਨ ਵਿਖਾਵੇ ਹੋਏ ਨੇ
ਔਰ ਤਿਰੰਗਾ ਯਾਤਰਾ ਤੋਂ ਬਾਅਦ ਕਥਿਤ ਤੌਰ ਤੇ, ਮੈਂ ਕਥਿਤ ਲਫ਼ਜ਼ ਜਿਹੜਾ ਆਪਣੇ ਲਾਉਣਾ ਚਾਹੁੰਦਾ ਕਿਉਂਕਿ ਟ੍ਰਿਬਿਊਨ ਨੂੰ ਮੈਂ ਕੋਟ ਕਰ ਚੁੱਕਾ। ਮੇਰਾ ਸੁਭਾਅ ਨਹੀਂ ਹੈ ਕਿ ਮੈਂ ਫਜ਼ੂਲ ਗੱਲ ਕਰਾਂ, ਮੇਰਾ ਸੁਭਾਅ ਨਹੀਂ ਹੈ ਕਿ ਮੈਂ ਰਿਊਮਰ ਪੈਦਾ ਕਰਾਂ। ਸੋ ਇਸ ਕਿਸਮ ਦਾ ਤਣਾਅ ਦੀਆਂ ਖਬਰਾਂ ਨੇ, ਅਪੁਸ਼ਟ ਖਬਰਾਂ ਨੇ। ਵਪਾਰਕ ਵਕਫੇ ਤੋਂ ਬਾਅਦ ਮੁੜਦੇ ਵਾਪਸ ਤੇ ਵਿਰਕ ਸਾਹਿਬ ਨਾਲ ਗੱਲਬਾਤ ਕਰਦੇ ਰਹਾਂਗੇ। ਅਗਰ ਤੁਸੀਂ ਕਾਲ ਕਰਨਾ ਚਾਹੋ, ਕਾਲ ਕਰ ਸਕਦੇ ਹੋ ਜਿੰਨੀ ਕਿ ਤੁਹਾਨੂੰ ਵਿਸ਼ੇ ਦੀ ਸਮਝ ਆਈ ਹੈ। 604 204 0600 ਸਾਡਾ ਨੰਬਰ ਹੈ। ਸਾਡੇ ਨਾਲ ਡਾਕਟਰ ਜਵਿੰਦਰ ਸਿੰਘ ਵਿਰਕ ਹੋਣੀ ਸਿਡਨੀ ਆਸਟ੍ਰੇਲੀਆ ਤੋਂ ਸ਼ਾਮਲ ਨੇ ਔਰ ਇਸ ਖਬਰ ਦੀ ਰੌਸ਼ਨੀ ਦੇ ਵਿੱਚ ਜਿਹੜੀ ਕਿ ਦਾ ਟ੍ਰਿਬਿਊਨ ਚੰਡੀਗੜ੍ਹ ਨੇ ਲਾਈ ਹੈ ਕਿ ਆਸਟ੍ਰੇਲੀਅਨ ਸਰਕਾਰ ਕਹਿੰਦੀ ਹੈ ਕਿ ਅਸੀਂ ਜੇਕਰ ਸਿੱਖਾਂ 'ਤੇ ਹਮਲਾ ਕਰਨ ਵਾਲਿਆਂ ਨੂੰ ਡਿਪੋਰਟ ਕਰ ਸਕਦੇ ਹਾਂ, ਡਿਪੋਰਟੇਸ਼ਨਸ ਹੋ ਸਕਦੀਆਂ ਨੇ। ਇਸ ਦੇ ਮੁਤਲਕ ਅਗਰ ਤੁਹਾਡੇ ਕੋਲ ਜਾਣਕਾਰੀ ਵਿਸ਼ੇਸ਼ ਕਰਕੇ ਅਗਰ ਸਾਨੂੰ ਕੋਈ ਆਸਟ੍ਰੇਲੀਆ 'ਚ ਸੁਣਦਾ ਹੈ, ਕਿਰਪਾ ਕਰਕੇ ਕਾਲ ਕਰੇ 604 204 0600। ਓਵਰਆਲ ਵਿਰਕ ਸਾਹਿਬ ਮਾਹੌਲ ਠੀਕ ਹੈ? ਜਿਵੇਂ ਤੁਸੀਂ ਕਿਹਾ ਕਿ ਸਾਰੇ ਬੰਨੇ ਹੀ ਵਿਖਾਵੇ ਤਾਂ ਹੋਏ ਨੇ, ਫਾਰਮਰਸ ਦੇ ਹੱਕ 'ਚ ਵੀ ਹੋਏ ਨੇ, ਵਿਰੋਧ 'ਚ ਵੀ ਮਾਹੌਲ ਜੀ। ਬਾਈ ਜੀ ਬਿਲਕੁਲ ਮਾਹੌਲ ਠੀਕ ਆ। ਆ ਜਿਹੜੀਆਂ ਜਦੋਂ ਕਮਿਊਨਿਟੀਆਂ ਵੱਧਦੀਆਂ, ਸਾਡੇ ਹੁਣ 9-10 ਲੱਖ ਇੰਡੀਅਨਸ ਹੋ ਗਏ ਇੱਥੇ, ਰਾਈਟ। ਤੋ ਆ ਚੀਜ਼ਾਂ ਸੁਭਾਵਿਕ ਹੋਣੀਆਂ, ਸਟ੍ਰੈਸ ਹੋਣੇ, ਟੈਨਸ਼ਨਾਂ ਹੋਣੀਆਂ, ਮੁੰਡੇ ਖੁੰਡੇ ਦੀਆਂ ਆਪਦੀਆਂ ਲੜਾਈਆਂ ਹੋਣੀਆਂ। ਜਿਵੇਂ ਤੁਹਾਨੂੰ ਦੱਸਿਆ ਕੈਨੇਡਾ ਦਾ ਤੁਹਾਡਾ ਪਾਇਨੀਅਰ ਹੈ ਇਸ ਚੀਜ਼ 'ਚ, ਰਾਈਟ। ਉਹ ਕਹਿੰਦਾ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਤਾਂ ਫੜਦਾ ਹੀ ਹੈ ਨਾ ਭਾਜੀ। ਤਾਂ ਜਿਵੇਂ ਉਹ ਚੀਜ਼ਾਂ ਨੂੰ ਦੇਖ ਕੇ ਵੀ ਜਿਹੜੀ ਕਮਿਊਨਿਟੀ ਉੱਥੇ ਆ, ਤਾਂ ਹੁਣ ਪਰਸੋਂ ਚੌਥੇ ਨਿਊਜ਼ ਸੀ ਵੀ ਕਿਸੇ ਬੰਦਿਆਂ ਤੋਂ ਬਹੁਤ ਵੱਡੀ ਕੋਈ ਓਪੀਅਮ ਦੀ ਖੇਪ ਫੜੀ ਗਈ ਕਿਸੇ ਪੰਜਾਬੀ ਤੋਂ 3 ਦਿਨ ਪਹਿਲਾਂ ਦੀ ਗੱਲ ਆ, ਰਾਈਟ। ਤਾਂ ਆਹ ਨਿਊਜ਼ ਸੁਣਨ ਨੂੰ ਮਿਲਦੀਆਂ ਸੀ ਕੈਨੇਡਾ 'ਚ 10 ਸਾਲ ਪਹਿਲਾਂ, ਹੁਣ ਸਾਨੂੰ ਇੱਥੇ ਸੁਣਨ ਨੂੰ ਮਿਲਣ ਲੱਗ ਗਈਆਂ ਜੀ ਆਸਟ੍ਰੇਲੀਆ 'ਚ, ਰਾਈਟ। ਤੋ ਆਹ ਚੀਜ਼ਾਂ ਤਾਂ ਜਿਹੜੇ ਜਦੋਂ ਸਾਰਾ what do you see in the days to come ਵਿਰਕ ਸਾਹਿਬ? ਆਉਣ ਵਾਲਾ ਕੱਲ ਤੁਹਾਨੂੰ ਕਿਹੋ ਜਿਹਾ ਦਿੰਦਾ ਹੈ ਕਿ ਜੇਕਰ ਕਿਸਾਨੀ ਸੰਘਰਸ਼ ਸੁਣ ਕੇ ਜਰਾ ਸਵਾਲ ਆਪਾਂ ਆਖਰੀ ਸਵਾਲ ਤੇ ਕਨਕਲੂਡ ਕਰਿਓ ਕਿ ਕਿਸਾਨੀ ਸੰਘਰਸ਼ ਦਾ ਅਜੇ ਥੋੜਾ ਪਤਾ ਲੱਗ ਨਹੀਂ ਰਿਹਾ ਕਿ ਗੱਲ ਕਿੱਥੇ ਜਾ ਕੇ ਨਿਬੜਨੀ ਹੈ ਔਰ ਜੇਕਰ ਇਹਦਾ ਯਥਾਯੋਗ ਕੋਈ ਹੱਲ ਨਹੀਂ ਲੱਭਦਾ ਤੇ ਹੱਕ ਦੀਆਂ ਤੇ ਵਿਰੋਧ ਵਾਲੀਆਂ ਦਾ ਖਦ ਨਾ ਕਹੀਏ ਆਪਾਂ, ਕਿਸਾਨੀ ਸੰਘਰਸ਼ ਦੇ ਹੱਕ ਵਾਲੀਆਂ ਤੇ ਬਿਲਸ ਦੇ ਹੱਕ ਵਾਲੀਆਂ ਰੈਲੀਆਂ ਦਾ ਆਪਸੀ ਟਕਰਾਅ ਵੱਧ ਜਾਣ ਦੀ ਸੰਭਾਵਨਾ ਇਨ ਦ ਡੇਜ਼ ਟੂ ਕਮ? ਨਹੀਂ ਬਾਈ ਜੀ, ਮੈਂ ਨਹੀਂ ਇਹ ਸੋਚਦਾ। ਮੈਂ ਤਾਂ ਆਹੀ ਸੋਚਦਾ ਪੋਜ਼ਿਟਿਵਿਟੀ ਨਾਲ ਬਈ ਹਰੇਕ ਮਸਲੇ ਦਾ ਹੱਲ ਟੇਬਲ ਤੇ ਜਾ ਕੇ ਹੁੰਦਾ, ਰਾਈਟ। ਤੇ ਟੇਬਲ ਤੇ ਜਾ ਕੇ ਤੁਸੀਂ ਜਿੱਤਦੇ ਹੋ, ਲੀਡਰ ਜਿੱਤਦੇ ਆ ਟੇਬਲ ਤੇ ਜਾ ਕੇ, ਰਾਈਟ। ਤੁਸੀਂ ਕਿਵੇਂ ਕਰਨੇ ਹੋ? ਲੀਡਰ ਉਹ ਹੁੰਦੇ ਆ, ਚਾਹੇ ਆਪਾਂ ਸਰਕਾਰ ਵਾਲੇ ਪਾਸਿਓਂ ਲਾ ਲਈਏ ਚਾਹੇ ਕਿਸਾਨਾਂ ਵਾਲੇ ਪਾਸਿਓਂ ਲਾ ਲਈਏ, ਲੀਡਰ ਉਹ ਹੁੰਦੇ ਆ ਜਿਹੜਾ ਸਭ ਤੋਂ ਘੱਟ ਨੁਕਸਾਨ ਕਰਾ ਕੇ ਬੰਦੇ ਦੇ ਕੰਮ ਕਰਾ ਜਾਣ ਸਾਰੇ। ਦੋਜ਼ ਆਰ ਕਾਲ ਲੀਡਰਸ। ਉਹ ਕਿਤੇ ਨਾ ਕਿਤੇ ਜੋ ਮੈਨੂੰ ਲੱਗ ਰਿਹਾ ਵੀ ਆ ਕਮੀ ਆ ਦੋਨੇ ਤਰ੍ਹਾਂ ਚੋਂ। ਮੈਂ ਆ ਵੀ ਕਹਿ ਸਕਦਾ ਸਰਕਾਰ ਵਾਲੇ ਪਾਸਿਓਂ ਵੀ ਕਮੀ ਹੋ ਸਕਦੀ ਹੈ ਤੇ ਇਧਰੋਂ ਵੀ ਕਮੀ ਹੋ ਸਕਦੀ ਹੈ ਜੀ। ਹੋਲਡ ਕਰਕੇ ਰੱਖਿਓ, ਆਪਾਂ ਇੱਕ ਕਾਲ ਲੈ ਲਈਏ ਫਿਰ ਆਪਣਾ ਸਮਾਂ ਜਿਹੜਾ ਸਮਾਪਤ ਹੋ ਰਿਹਾ ਹੈ ਜੀ। 2926 ਕੀ ਕਹਿਣਾ ਚਾਹੁੰਦੇ ਹੋ ਵੈਰੀ ਬਰੀਫਲੀ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਮੈਂ ਤੁਹਾਨੂੰ ਕਲੀਅਰ ਕਰਦਾ ਭਾਜੀ, ਇਹ ਰੋਡ ਕਮਿਊਨਿਟੀ ਹੈ, ਜਾਟ ਕਮਿਊਨਿਟੀ ਦੀ ਜਿਹੜੇ ਝਗੜਾ ਕਰ ਰਹੇ ਨੇ, ਰੋਡ ਕਮਿਊਨਿਟੀ ਹੈ, ਰੋਡ ROR। ਇਹ ਕਿੱਥੋਂ ਨੂੰ ਬਿਲੋਂਗ ਕਰਦੇ ਆ ਜੀ? ਇਹ ਸਾਰੇ ਖੇਤਰ ਕਰਨਾਲ ਤੇ ਕੈਥਲ, ਇਹ 3 ਡਿਸਟ੍ਰਿਕਟ ਦੇ ਬਿਲੋਂਗ ਕਰਦੇ ਨੇ ਜਿਹੜੇ ਆਸਟ੍ਰੇਲੀਆ ਚ ਆਏ ਨੇ। ਤੁਹਾਡੇ ਕੋਲ ਇਹਦੀ ਪੁਖਤਾ ਜਾਣਕਾਰੀ ਹੈ? ਆਸਟ੍ਰੇਲੀਆ ਵਾਲੇ ਜਿਹੜੇ ਨੇ ਪੁਖਤਾ ਜਾਣਕਾਰੀ ਇਸ ਤਰ੍ਹਾਂ ਜੀ, ਮੈਂ ਰਹਿ ਕੇ ਆਇਆ ਪਹਿਲਾਂ ਮੈਲਬਰਨ ਰਿਹਾ, ਮੇਰੇ ਆਪਣਾ ਜਿਹੜਾ ਕਿਹੜੇ ਉੱਥੇ ਸਿਡਨੀ ਦੇ ਵਿੱਚ ਵੀ। ਪਰ ਉਹ ਕਿਸਾਨ ਵਿਰੋਧੀ ਕਿਉਂ ਨੇ? ਕਿਸਾਨ ਵਿਰੋਧੀ ਭਾਜੀ ਇਸ ਤਰ੍ਹਾਂ ਹੈ ਵੀ ਉਹਨਾਂ ਕੋਲ ਜ਼ਮੀਨਾਂ ਜ਼ਿਆਦਾ ਤਾਂ ਘੱਟ ਨੇ, ਕਿਉਂਕਿ ਜਾਟਾਂ ਕੋਲ ਜ਼ਮੀਨ ਜਾਇਦਾਦ ਬਹੁਤ ਹੈ, ਠੀਕ ਹੈ। ਉਹ ਕਦੀ ਵੀ ਨਹੀਂ ਚਾਹਣਗੇ ਵੀ ਇਹ ਝਗੜਾ ਹੋਵੇ, ਇਹਨਾਂ ਕੋਲ ਜ਼ਮੀਨ ਜਾਇਦਾਦ ਘੱਟ ਹੈ। ਕਿਸੇ ਦੇ ਬੁਲਾਇਆ ਬੋਲਦੇ ਆ ਕਿ ਖੁਦ ਬੋਲਦੇ ਨੇ? ਵੀ ਭਾਜੀ ਇਹਦੇ ਬਾਰੇ ਮੈਂ ਪੁਖਤਾ ਸਬੂਤ ਮੇਰੇ ਕੋਲ। ਵਿਰਕ ਸਾਹਿਬ ਆਪਣੇ ਕੋਲ ਸਿਰਫ 40 ਸੈਕਿੰਡ ਰਹਿ ਗਏ, ਕਿਰਪਾ ਕਰਕੇ 40 ਸੈਕਿੰਡ ਦੇ ਵਿੱਚ ਵਿਰਕ ਸਾਹਿਬ। ਬਾਈ ਜੀ ਮੇਰੇ ਹਿਸਾਬ ਨਾਲ ਸਾਰਾ ਕੁਝ ਜਿਹੜੇ ਛੋਟੀ ਗੱਲਾਂ ਹੋਈਆਂ ਖਤਮ ਹੋ ਜਾਣਗੀਆਂ ਜਿੰਨੀਆਂ ਕਿ ਚੱਲ ਰਹੀਆਂ, ਪਰ ਸਰਕਾਰ ਸਾਡੀ ਬਹੁਤ ਹੀ ਜ਼ਿਆਦਾ ਲਾਅ ਐਂਡ ਆਰਡਰ ਨੂੰ ਸਟ੍ਰਿਕਟ ਆ। ਜਿਹੜਾ ਵੀ ਗਲਤ ਹੋਇਆ ਕੰਮ, ਮੈਂ ਤੁਹਾਡੀ ਕਮਿੰਗ ਡੇਜ਼ ਕਿਸੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਸਾਡੇ ਜਿਹੜੇ ਕਮਿਊਨਿਟੀ ਨੂੰ ਹੈਡ ਕਰਦੇ ਆ ਇੰਡੀਅਨ ਕਮਿਊਨਿਟੀ ਨੂੰ, ਉਹਨਾਂ ਨਾਲ ਮੈਂ ਤੁਹਾਡੀ ਗੱਲ ਕਰਾਂਗਾ। ਹੀ ਕੈਨ ਸ਼ੈਡ ਮੋਰ ਲਾਈਟ ਔਨ ਦਿਸ। ਤੁਹਾਡਾ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ ਵਿਰਕ ਸਾਹਿਬ, ਸ਼ੁਕਰੀਆ। ਥੈਂਕ ਯੂ ਸਰ। ਥੈਂਕ ਯੂ। ਇਹ ਸਨ ਜੀ ਡਾਕਟਰ ਜਵਿੰਦਰ ਸਿੰਘ ਵਿਰਕ ਹੋਣੀ, ਆਸਟ੍ਰੇਲੀਆ ਸਿਡਨੀ ਤੋਂ ਨਾਲ ਗੱਲਬਾਤ ਕਰ ਰਹੇ ਸਨ ਔਰ ਖਬਰਾਂ ਨੇ ਕਿ ਉੱਥੇ ਅਲੈਜਡਲੀ 2 ਭਾਈਚਾਰਿਆਂ ਦੇ ਵਿੱਚ ਆਪਸੀ ਤਣਾਅ ਵਧਿਆ ਹੈ। ਇੱਕ ਕਿਸਾਨਾਂ ਦੇ ਹੱਕ ਵਾਲੀਆਂ ਰੈਲੀਆਂ ਤੇ ਇੱਕ ਬਿਲਸ ਦੇ ਹੱਕ ਵਾਲੀਆਂ ਰੈਲੀਆਂ ਜਿਹੜੀਆਂ ਨੇ ਉਹਦੇ ਕਰਕੇ ਕੁਝ ਇਸ ਕਿਸਮ ਦੀਆਂ ਘਟਨਾਵਾਂ ਦੇ ਅਪੁਸ਼ਟ ਖਬਰਾਂ ਨੇ ਕਿ ਦੇ ਕਰਕੇ ਆਸਟ੍ਰੇਲੀਅਨ ਸਰਕਾਰ ਕਹਿ ਰਹੀ ਹੈ ਕਿ ਅਸੀਂ ਖਰੂਦੀਆਂ ਨੂੰ ਡਿਪੋਰਟ ਕਰਾਂਗੇ। ਸਮਾਂ ਹੋ ਚੱਲਿਆ